ਅੱਜ ਦਾ ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਾ ਲੈਸਨ ਜਿਹੜਾ ਹੈ, ਅੱਜ ਦੀ ਕਲਾਸ ਹੈ 6ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 6ਵੀਂ ਕਲਾਸ ਦਾ ਗਣਿਤ ਦਾ ਅਧਿਆਇ ਦਸ਼ਮਲਵ, ਉਸੇ ਤੇ ਬੇਸਡ ਜਿਹੜੇ ਅਸੀਂ ਅੱਜ ਸਵਾਲ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ, ਹੱਲ ਕਰਾਂਗੇ। ਤੁਸੀਂ ਇਸ ਤੋਂ ਪਹਿਲਾਂ ਸਾਰੀਆਂ ਕਲਾਸਿਸ ਜਿਹੜੀਆਂ ਉਹ ਦਸ਼ਮਲਵ ਦੀਆਂ ਲਗਾ ਚੁੱਕੇ ਹੋ। ਉਹਦੇ ਵਿੱਚ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦਸ਼ਮਲਵ ਸੰਖਿਆਵਾਂ ਦਾ ਜੋੜ, ਘਟਾਓ ਆਦਿ ਸਾਰਾ ਕੁਝ ਸਿੱਖ ਚੁੱਕੇ ਹੋ। तो ਅੱਜ ਦੀ ਇਸ ਕਲਾਸ ਵਿੱਚ ਅਸੀਂ ਉਹਨਾਂ ਹੀ ਸਵਾਲਾਂ ਦਾ ਅਭਿਆਸ ਕਰਾਂਗੇ, ਪ੍ਰੈਕਟਿਸ ਕਰਾਂਗੇ। ਠੀਕ ਹੈ, तो ਆਓ ਦੇਖਦੇ ਹਾਂ ਅੱਜ ਦਾ ਸਭ ਤੋਂ ਪਹਿਲਾ ਸਵਾਲ। ਸੋ ਬੱਚਿਓ, ਪਹਿਲਾ ਸਵਾਲ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਹਰੇਕ ਨੂੰ ਦਸ਼ਮਲਵ ਰੂਪ ਵਿੱਚ ਲਿਖੋ। ਸਾਡੇ ਕੋਲ A ਤੇ B ਦੋ ਪਾਰਟ ਨੇ ਇਸ ਕੁਐਸਚਨ ਦੇ। ਇਹਦੇ ਸਾਡੇ ਕੋਲ ਕਿਸੇ ਸੰਖਿਆ ਦਾ ਵਿਸਤਾਰ ਜਿਹੜਾ ਦਿੱਤਾ ਹੋਇਆ ਹੈ ਤੇ ਇਹਨੂੰ ਅਸੀਂ ਦਸ਼ਮਲਵ ਰੂਪ ਦੇ ਵਿੱਚ ਬਦਲਣਾ ਹੈ। ਠੀਕ ਹੈ, ਤਾਂ ਆਓ ਦੇਖਦੇ ਹਾਂ ਇਹਨੂੰ ਅਸੀਂ ਕਿਵੇਂ ਕਰਨਾ ਹੈ। ਸਭ ਤੋਂ ਪਹਿਲਾਂ ਸਾਡੇ ਕੋਲ A ਪਾਰਟ ਹੈ 30 ਜਮਾ 6 ਜਮਾ 2/10 ਬਰਾਬਰ। ਠੀਕ ਹੈ, तो इस संख्या ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ 30 ਜਮਾ 6 ਇਹਨੂੰ ਅਗਰ ਅਸੀਂ ਜੋੜਦੇ ਹਾਂ ਸਾਡੇ ਕੋਲ 36 ਜਿਹੜਾ ਹੈ ਉਹ ਇਸ ਸੰਖਿਆ ਦਾ ਪੂਰਨ ਭਾਗ ਹੈ ਜਿਹੜਾ ਉਹ ਬਣ ਜਾਂਦਾ ਹੈ। ਠੀਕ ਹੈ, 2/10 ਦਾ ਭਾਵ ਹੈ ਕਿ 10ਵੇਂ ਸਥਾਨ ਦੇ ਉੱਤੇ ਸਾਡੇ ਕੋਲ ਅੰਕ ਜਿਹੜਾ 2 ਹੈ। ਠੀਕ ਹੈ, तो 36 ਤੋਂ ਬਾਅਦ ਦਸ਼ਮਲਵ ਆਏਗਾ, ਦਸ਼ਮਲਵ ਤੋਂ ਬਾਅਦ 10ਵੇਂ ਸਥਾਨ ਤੇ ਸਾਡੇ ਕੋਲ ਅੰਕ ਆਏਗਾ 2। ਠੀਕ ਹੈ, ਇਸ ਤੋਂ ਬਾਅਦ B ਪਾਰਟ ਹੈ ਸਾਡੇ ਕੋਲ। B ਪਾਰਟ ਦੇ ਵਿੱਚ ਹੈ ਸਾਡੇ ਕੋਲ 600 जमा 2 जमा 8/10। ठीक है, 600 ਨੂੰ ਜਦੋਂ ਅਸੀਂ 2 ਦੇ ਵਿੱਚ ਜੋੜਾਂਗੇ ਤਾਂ ਸਾਡੇ ਕੋਲ 602 ਬਣ ਜਾਂਦਾ ਹੈ। ਇਹਦਾ ਮਤਲਬ ਸਾਡੇ ਕੋਲ ਦਸ਼ਮਲਵ ਸੰਖਿਆ ਦਾ ਜਿਹੜਾ ਪੂਰਨ ਭਾਗ ਹੈ ਉਹ ਤਾਂ ਹੈ 602। ਉਸ ਤੋਂ ਬਾਅਦ 10ਵੇਂ ਸਥਾਨ ਤੇ ਸਾਡੇ ਕੋਲ ਅੰਕ ਜਿਹੜਾ ਹੈ ਉਹ 8 ਹੈ। ਠੀਕ ਹੈ, तो ਇਸ ਤਰ੍ਹਾਂ ਦੂਜੇ ਸਵਾਲ ਨੂੰ ਜਦੋਂ ਅਸੀਂ ਦਸ਼ਮਲਵ ਰੂਪ ਦੇ ਵਿੱਚ ਬਦਲਦੇ ਹਾਂ ਤਾਂ ਸਾਡੇ ਕੋਲ 602.8 ਬਣ ਜਾਂਦਾ ਹੈ। ठीक है विद्यार्थियों, बहुत ईजी सवाल सी। इस तो बाद अगला क्वेश्चन देखते हैं आप। इस तो बाद दूजा सवाल साडे कोल है रमेश दी कापी दी लंबाई 9 सेंटीमीटर 5 मिलीमीटर है। सेंटीमीटर विच इस दी लंबाई कितनी होगी? तो असीं ये जिहड़े मिलीमीटर ने इनू भी सेंटीमीटर दे विच बदल के लिखांगे तो कापी दी लंबाई जिहड़ी है वो साडे कोल दशमलव दे विच आ जाएगी। ठीक है स्टूडेंट्स, तो कापी दी लंबाई कापी की लंबाई साडे कोल है 9 सेंटीमीटर 5 मिलीमीटर। विद्यार्थियों, 1 मिलीमीटर 1 सेंटीमीटर दे विच साडे कोल 10 मिलीमीटर हुंदे ने। सो जे असीं मिलीमीटर नूं सेंटीमीटर विच बदलना है तो सानूं 10 दे नाल भाग करना पएगा। जेकर सेंटीमीटर ਨੂੰ मिलीमीटर ਚ ਬਦਲਣਾ ਹੋਵੇ ਤਾਂ 10 ਦੇ ਨਾਲ ਗੁਣਾ ਕਰਨੀ ਪੈਂਦੀ ਹੈ। मिलीमीटर ਨੂੰ ਅਗਰ ਸੈਂਟੀਮੀਟਰ ਦੇ ਵਿੱਚ ਬਦਲਣਾ ਹੈ ਤਾਂ ਸਾਨੂੰ 10 ਦੇ ਨਾਲ ਭਾਗ ਕਰਨਾ ਪੈਂਦਾ ਹੈ। ਠੀਕ ਹੈ, ਤਾਂ 5 ਨੂੰ ਜਦੋਂ ਅਸੀਂ 10 ਨਾਲ ਭਾਗ ਕੀਤਾ ਇਹ ਸਾਡੇ ਕੋਲ मिलीमीटर ਤੋਂ ਸੈਂਟੀਮੀਟਰ ਦੇ ਵਿੱਚ ਜਿਹੜਾ ਇਕਾਈ ਹੈ ਸਾਡੇ ਕੋਲ ਉਹ ਬਦਲ ਜਾਂਦੀ ਹੈ। ਠੀਕ ਹੈ, ਤਾਂ ਇਹ ਸਾਡੇ ਕੋਲ ਬਣ ਗਿਆ 9 ਸੈਂਟੀਮੀਟਰ ਜਮਾ 0.5 ਸੈਂਟੀਮੀਟਰ। ठीक है, ਇਹਨਾਂ ਦੋਨਾਂ ਨੂੰ ਜਦੋਂ ਅਸੀਂ ਜੋੜ ਦਿਆਂਗੇ ਸਾਡੇ ਕੋਲ 9.5 ਸੈਂਟੀਮੀਟਰ ਬਣ ਜਾਂਦਾ ਹੈ। ਠੀਕ ਹੈ, तो इस तरह ਅਸੀਂ ਕਹਿ ਸਕਦੇ ਹਾਂ ਕਿ ਰਮੇਸ਼ ਦੀ ਕਾਪੀ ਦੀ ਲੰਬਾਈ ਸੈਂਟੀਮੀਟਰਾਂ ਦੇ ਵਿੱਚ 9.5 ਸੈਂਟੀਮੀਟਰ ਹੈ। ਇਸ ਲਈ ਰਮੇਸ਼ ਦੀ ਕਾਪੀ ਦੀ ਲੰਬਾਈ 9.5 सेंटीमीटर। ठीक है विद्यार्थियों, तो इस तो बाद अगला सवाल देखते हैं। तीजा सवाल साडे कोल है ਹੇਠ ਲਿਖਿਆ ਨੂੰ ਦਸ਼ਮਲਵ ਰੂਪ ਵਿੱਚ ਲਿਖੋ। ਠੀਕ ਹੈ, ਸ਼ਬਦਾਂ ਦੇ ਵਿੱਚ ਸਾਡੇ ਕੋਲ ਸੰਖਿਆਵਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਇਹਨਾਂ ਨੂੰ ਅਸੀਂ ਦਸ਼ਮਲਵ ਰੂਪ ਦੇ ਵਿੱਚ ਲਿਖਾਂਗੇ। तो सब तो पहला सवाल साडे कोल है 306 ਅਤੇ 700ਵਾਂ। ਇਹਨੂੰ ਅਸੀਂ ਲਿਖਾਂਗੇ ਪਹਿਲਾਂ ਵਿਸਤਾਰ ਰੂਪ ਦੇ ਵਿੱਚ 306
ਜਮਾ 7 100ਵਾਂ। ਹੁਣ ਇਹਦੇ ਵਿੱਚ ਸਾਡੇ ਕੋਲ 10ਵੇਂ ਸਥਾਨ ਤੇ ਕੋਈ ਅੰਕ ਨਹੀਂ ਦਿੱਤਾ ਗਿਆ, तो ਅਸੀਂ ਕੀ ਕਰਾਂਗੇ 306। ਇਸ ਤੋਂ ਬਾਅਦ 10ਵੇਂ ਸਥਾਨ ਦੇ ਲਈ ਅਸੀਂ 0/10 ਲਿਖ ਲਵਾਂਗੇ 7/100। ठीक है, तो इस ढंग ਦੇ ਨਾਲ ਇਹ ਜਿਹੜੀ ਸੰਖਿਆ ਹੈ ਸਾਡੇ ਕੋਲ 306.07 ਬਣ ਜਾਂਦੀ ਹੈ। ठीक है, ਇਹ ਸਾਡੇ ਕੋਲ A ਭਾਗ ਦਾ ਉੱਤਰ ਬਣ ਜਾਂਦਾ ਹੈ। ਇਸ ਤੋਂ ਬਾਅਦ B ਭਾਗ ਦੀ ਗੱਲ ਕਰਦੇ ਹਾਂ ਅਸੀਂ। B ਭਾਗ ਸਾਡੇ ਕੋਲ ਹੈ 11.235। ਇਹ ਤਾਂ ਬੜੀ ਆਸਾਨੀ ਦੇ ਨਾਲ ਅਸੀਂ ਲਿਖ ਸਕਦੇ ਹਾਂ 11.235। ठीक है विद्यार्थियों, इस तो बाद करते हैं ਅਸੀਂ C ਭਾਗ ਤੀਜੇ ਸਵਾਲ ਦਾ 9 ਅਤੇ 25000ਵੇਂ। 9 ਜਮਾ 25000ਵੇਂ ਭਾਵ 25/1000। ठीक है, तो 25/1000 ਨੂੰ ਹੁਣ ਅਸੀਂ ਕਿਵੇਂ ਲਿਖਾਂਗੇ 9 ਜਮਾ ਜਿਹੜਾ 25 ਹੈ ਇਹਨੂੰ ਅਸੀਂ ਲਿਖ ਸਕਦੇ ਹਾਂ 20/5 ਵਟਾ ਸਾਡੇ ਕੋਲ 1000 ਆਏਗਾ। ठीक है, तो ਇਹਨੂੰ ਅਸੀਂ ਅਗਰ ਭਾਗ ਕਰੀਏ ਤਾਂ 20 ਦੇ ਥੱਲੇ ਸਾਡੇ ਕੋਲ 1000 ਆ ਜਾਏਗਾ 20/1000 ਜਮਾ 5/1000। ठीक है, इस तरह जेकर दो संख्यावां दा जोड़ हो रहा है और दोनों नूं कोई संख्या भाग करिए तो असीं कली कली संख्या नूं भी भाग करके उन्हां नूं जोड़ सकते हैं। ठीक है विद्यार्थियों, तो हुण इस संख्या दे विच साडे कोल जिहड़ा पूर्ण भाग है वो तां साडे कोल है 9। 20/1000 है, इहदे विच जिहड़ी लास्ट वाली 0 0 दे नाल कटी जा सकदी है, ये साडे कोल 2/100 बन जाएगा जमा 5/1000। ਹੁਣ ਇਹਦੇ ਤੋਂ ਦੇਖ ਕੇ ਸਾਨੂੰ ਪਤਾ ਲੱਗਦਾ ਹੈ ਕਿ ਇਸ ਸੰਖਿਆ ਦੇ ਵਿੱਚ ਜਿਹੜਾ ਪੂਰਨ ਭਾਗ ਹੈ ਉਹ ਤਾਂ 9 ਹੈ ਤੇ ਸੰਖਿਆ ਦਾ ਜਿਹੜਾ 100ਵਾਂ ਅੰਕ ਹੈ ਉਹ ਸਾਡੇ ਕੋਲ 2 ਹੈ, 1000ਵਾਂ ਅੰਕ 5 ਹੈ। 10ਵਾਂ ਅੰਕ ਸਾਨੂੰ ਨਹੀਂ ਦਿੱਤਾ ਗਿਆ, ਭਾਵ ਕਿ 10ਵਾਂ ਅੰਕ ਜਿਹੜਾ ਸਾਡੇ ਕੋਲ ਉਹ 0 ਹੋਣਾ ਚਾਹੀਦਾ ਹੈ। ਤਾਂ ਅਸੀਂ ਇੱਥੇ ਲਿਖ ਲਵਾਂਗੇ ਪਹਿਲਾਂ 0/10 2/100 ਜਮਾ 5/1000 9.025। ਇਹ ਸਾਡੇ ਕੋਲ ਇਸ ਸਵਾਲ ਦੇ C ਭਾਗ ਦਾ ਉੱਤਰ ਬਣ ਜਾਂਦਾ ਹੈ 9.025। ਸੋ ਇਸ ਤੋਂ ਬਾਅਦ ਅਗਲੇ ਸਵਾਲ ਤੇ ਚਲਦੇ ਆਪਾਂ। ਅਗਲਾ ਸਵਾਲ ਤੁਸੀਂ ਦੇਖ ਸਕਦੇ ਹੋ, ਚੌਥਾ ਸਵਾਲ ਨਿਊਨਤਮ ਰੂਪ ਵਿੱਚ ਭਿੰਨ ਬਣਾ ਕੇ ਲਿਖੋ। ਇੱਕ ਸਾਨੂੰ ਦਸ਼ਮਲਵ ਸੰਖਿਆ ਜਿਹੜੀ ਦਿੱਤੀ ਗਈ ਹੈ ਇਹਨੂੰ ਅਸੀਂ ਭਿੰਨ ਦੇ ਵਿੱਚ ਬਦਲਣਾ ਹੈ ਤੇ ਉਹਦਾ ਨਿਊਨਤਮ ਰੂਪ ਵੀ ਲਿਖਣਾ ਹੈ। ਠੀਕ ਹੈ, तो हल ਅਸੀਂ देखते हैं। संख्या है 0.125। ठीक है, तो ये साडे कोल बन जाएगा। पहले तो ਅਸੀਂ ਇਹਨੂੰ ਭਿੰਨ ਰੂਪ ਵਿੱਚ ਬਦਲਾਂਗੇ। ਭਿੰਨ ਰੂਪ ਵਿੱਚ ਬਦਲਣ ਵਾਸਤੇ ਸਾਨੂੰ ਕੀ ਕਰਨਾ ਪੈਂਦਾ ਹੈ, ਸੰਖਿਆ ਦੇ ਵਿੱਚੋਂ ਅਸੀਂ ਦਸ਼ਮਲਵ ਹਟਾ ਦੇਵਾਂਗੇ ਪਰ ਸੰਖਿਆ ਦੇ ਹਰ ਦੇ ਵਿੱਚ ਇੱਕ ਸੰਖਿਆ ਲਗਾਵਾਂਗੇ। ਕਿਵੇਂ, ਦਸ਼ਮਲਵ ਤੋਂ ਬਾਅਦ ਸਾਡੇ ਕੋਲ ਜਿੰਨੇ ਅੰਕ ਨੇ ਇੱਕ ਦੇ ਨਾਲ ਅਸੀਂ ਉਨੀਆਂ ਹੀ ਸਿਫਰਾਂ ਲਗਾ ਦੇਵਾਂਗੇ। ਠੀਕ ਹੈ, तो इस संख्या ਦੇ ਵਿੱਚ ਸਾਡੇ ਕੋਲ ਦਸ਼ਮਲਵ ਤੋਂ ਬਾਅਦ 3 ਅੰਕ ਸੀਗੇ, तो ਇੱਕ ਦੇ ਨਾਲ ਅਸੀਂ 3 ਜ਼ੀਰੋਆਂ ਲਗਾ ਦਿੱਤੀਆਂ। ਇਹ ਸਾਡੇ ਕੋਲ 125/1000 ਬਣ ਜਾਂਦਾ ਹੈ। ਠੀਕ ਹੈ ਵਿਦਿਆਰਥੀਓ, ਇਹ ਦੋ ਸੰਖਿਆਵਾਂ ਜਿਹੜੀਆਂ ਸਾਡੇ ਕੋਲ ਬਣੀਆਂ ਨੇ, ਅੰਸ਼ ਦੇ ਵਿੱਚ 125 ਤੇ ਹਰ ਦੇ ਵਿੱਚ 1000। 1000 ਜਿਹੜਾ ਹੈ ਉਹ ਸਾਡੇ ਕੋਲ 125 ਦੇ ਨਾਲ ਭਾਗ ਹੋ ਜਾਂਦਾ ਹੈ। ਆਪਾਂ ਕਰਕੇ ਦੇਖ ਲੈਂਦੇ ਹਾਂ। ਜਦੋਂ 1000 ਨੂੰ ਅਸੀਂ 125 ਦੇ ਨਾਲ ਭਾਗ ਕਰਦੇ ਹਾਂ तो 125 ਨੂੰ ਜੇਕਰ ਅਸੀਂ 8 ਨਾਲ ਗੁਣਾ ਕਰੀਏ, 8 5 40, 4 ਸਾਡੇ ਕੋਲ ਹਾਸਰ ਆਣਗੇ, 8 ਦੂਣੀ 16, 16 ਤੇ 4 20, ਇੱਥੇ 0 ਆ ਜਾਏਗੀ, 20 ਦੀ 2 ਹਾਸਲ ਆ ਜਾਣਗੇ, 8 1 8, 8 ਤੇ 2 10। ਠੀਕ ਹੈ, तो ਜੇਕਰ ਅਸੀਂ 125 ਨੂੰ 8 ਨਾਲ ਗੁਣਾ ਕਰੀਏ ਤਾਂ ਸਾਡੇ ਕੋਲ ਜਿਹੜੀ ਸੰਖਿਆ 1000 ਪ੍ਰਾਪਤ ਹੁੰਦੀ ਹੈ। ਬਾਕੀ ਜਿਹੜਾ ਸਾਡੇ ਕੋਲ 0 ਆ ਜਾਏਗਾ। ਠੀਕ ਹੈ, तो ਕਹਿਣ ਦਾ ਭਾਵ ਹੈ 1000 ਨੂੰ 125 ਦੇ ਨਾਲ ਭਾਗ ਕੀਤਾ ਜਾ ਸਕਦਾ ਹੈ। ਸੋ ਅਸੀਂ ਇਸ ਸੰਖਿਆ ਦੇ ਵਿੱਚ ਕਿਵੇਂ ਕਰਾਂਗੇ, 125 ਨੂੰ ਭਾਗ ਕਰਾਂਗੇ 125 ਦੇ ਨਾਲ,
ਤੇ ਹਰ ਦੇ ਵਿੱਚ ਸਾਡੇ ਕੋਲ ਜਿਹੜੀ ਸੰਖਿਆ 1000 ਹੈ ਉਹਨੂੰ ਵੀ ਅਸੀਂ 125 ਦੇ ਨਾਲ ਭਾਗ ਕਰਾਂਗੇ। ਜਦੋਂ ਅਸੀਂ ਅੰਸ਼ ਨੂੰ ਕਿਸੇ ਸੰਖਿਆ ਨਾਲ ਭਾਗ ਕਰਦੇ ਹਾਂ ਤੇ ਸਾਨੂੰ ਹਰ ਨੂੰ ਵੀ ਉਸੇ ਸੰਖਿਆ ਦੇ ਨਾਲ ਭਾਗ ਕਰਨਾ ਪੈਂਦਾ ਹੈ, ਜਾਂ ਕਹਿ ਲਓ ਕਿ ਜਦੋਂ ਹਰ ਨੂੰ ਕਿਸੇ ਸੰਖਿਆ ਨਾਲ ਅਸੀਂ ਭਾਗ ਕਰਨਾ ਹੋਵੇ ਤੇ ਅੰਸ਼ ਨੂੰ ਵੀ ਉਸੇ ਸੰਖਿਆ ਦੇ ਨਾਲ ਭਾਗ ਕਰਨਾ ਹੀ ਪੈਂਦਾ ਹੈ। ਤਾਂ 125 ਨੂੰ ਜਦੋਂ ਅਸੀਂ 125 ਨਾਲ ਭਾਗ ਕਰਾਂਗੇ ਸਾਡੇ ਕੋਲ 1 ਪ੍ਰਾਪਤ ਹੋਏਗਾ, ਔਰ ਹਰ ਦੇ ਵਿੱਚ 1000 ਨੂੰ ਜਦੋਂ 125 ਦੇ ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ ਅੰਕ ਜਿਹੜਾ ਇੱਥੇ 8 ਆ ਜਾਏਗਾ। ਠੀਕ ਹੈ ਵਿਦਿਆਰਥੀਓ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਕੋਲ 0.125 ਦਾ ਨਿਊਨਤਮ ਭਿੰਨ ਰੂਪ ਜਿਹੜਾ ਹੈ ਉਹ 1/8 ਹੈ। ਠੀਕ ਹੈ ਵਿਦਿਆਰਥੀਓ। तो ਇਹ ਸਾਡੇ ਕੋਲ ਇਸ ਸਵਾਲ ਦਾ ਉੱਤਰ ਹੈ। ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ, ਕਿਹੜੀ ਸੰਖਿਆ ਵੱਡੀ ਹੈ ਕਾਰਨ ਵੀ। ਸਾਡੇ ਕੋਲ ਦੋ ਸੰਖਿਆਵਾਂ ਇੱਥੇ ਦਿੱਤੀਆਂ ਗਈਆਂ ਨੇ, ਦੋਨੋਂ ਸੰਖਿਆਵਾਂ ਨੂੰ ਕੰਪੇਅਰ ਕਰਕੇ, ਦੋਨਾਂ ਦੀ ਤੁਲਨਾ ਕਰਕੇ ਅਸੀਂ ਦੱਸਾਂਗੇ ਕਿ ਕਿਹੜੀ ਸੰਖਿਆ ਜਿਹੜੀ ਹੈ ਉਹ ਸਾਡੇ ਕੋਲ ਵੱਡੀ ਹੈ। 1.431 ਜਾਂ 1.490। ਠੀਕ ਹੈ। तो ਜਦੋਂ ਅਸੀਂ ਦੋ ਸੰਖਿਆਵਾਂ ਦੀ ਤੁਲਨਾ ਕਰਨੀ ਹੋਵੇ, ਸਭ ਤੋਂ ਪਹਿਲਾਂ ਅਸੀਂ ਇਹਨਾਂ ਦੇ ਪੂਰਨ ਭਾਗ ਹੈ ਜਿਹੜੇ ਉਹ ਦੇਖਦੇ ਹਾਂ। ਠੀਕ ਹੈ। तो ਦੋਨਾਂ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਪੂਰਨ ਭਾਗ ਜਿਹੜਾ ਸਾਡੇ ਕੋਲ ਉਹ 1 ਹੈ। ਇਸ ਸੰਖਿਆ ਦੇ ਵਿੱਚ ਵੀ ਸਾਡੇ ਕੋਲ ਦਸ਼ਮਲਵ ਤੋਂ ਪਹਿਲਾਂ 1 ਹੀ ਆਉਂਦਾ ਹੈ, ਇਸ ਸੰਖਿਆ ਦੇ ਵਿੱਚ ਵੀ ਦਸ਼ਮਲਵ ਤੋਂ ਪਹਿਲਾਂ 1 ਹੀ ਆਉਂਦਾ ਹੈ। तो ਕਾਰਨ ਵੀ ਅਸੀਂ ਲਿਖਣਾ ਹੈ ਤੇ ਨਾਲ ਨਾਲ ਅਸੀਂ ਇੱਥੇ ਲਿਖਦੇ ਜਾਵਾਂਗੇ ਕਿ ਦਿੱਤੀਆਂ ਹੋਈਆਂ ਸੰਖਿਆਵਾਂ ਦਾ ਪੂਰਨ ਭਾਗ ਇੱਕ ਦੂਸਰੇ ਦੇ ਸਮਾਨ ਹੈ। ਦਿੱਤੀਆਂ ਹੋਈਆਂ ਸੰਖਿਆਵਾਂ ਵਿੱਚ ਜਾਂ ਦਿੱਤੀਆਂ ਹੋਈਆਂ ਸੰਖਿਆਵਾਂ ਦਾ ਪੂਰਨ ਭਾਗ ਸਮਾਨ ਹੈ, ਭਾਵ ਬਰਾਬਰ ਹੈ। ठीक है। अगर पूर्ण भाग बराबर है, इस तो बाद ਅਸੀਂ 10वें ਸਥਾਨ ਤੇ ਜਿਹੜੇ ਸਾਡੇ ਕੋਲ ਅੰਕ ਨੇ ਉਹਨਾਂ ਦੀ ਤੁਲਨਾ ਕਰਾਂਗੇ। तो ਪਹਿਲੀ ਸੰਖਿਆ ਦੇ ਵਿੱਚ 10वें ਸਥਾਨ ਤੇ ਸਾਡੇ ਕੋਲ 4 ਹੈ, ਦੂਜੀ ਸੰਖਿਆ ਵਿੱਚ ਵੀ 10वें ਦੇ ਸਥਾਨ ਤੇ ਸਾਡੇ ਕੋਲ ਸੰਖਿਆ 4 ਬਣਦੀ ਹੈ। ਠੀਕ ਹੈ। तो ਦੋਨੋਂ ਸੰਖਿਆਵਾਂ ਦੇ ਵਿੱਚ ਸਾਡੇ ਕੋਲ 10वें ਸਥਾਨ ਤੇ ਜਿਹੜੇ ਅੰਕ ਨੇ ਉਹ ਵੀ ਇੱਕ ਸਮਾਨ ਹਨ। दसवें स्थान वाले अंक भी एक समान हैं। ਹੁਣ ਜੇਕਰ 10ਵੇਂ ਸਥਾਨ ਦੇ ਅੰਕ ਵੀ ਬਰਾਬਰ ਹਨ, ਇਸ ਤੋਂ ਬਾਅਦ ਅਸੀਂ 100ਵੇਂ ਸਥਾਨ ਦੇ ਅੰਕ ਦੇਖਾਂਗੇ। तो ਪਹਿਲੀ ਸੰਖਿਆ ਦੇ ਵਿੱਚ 100ਵੇਂ ਸਥਾਨ ਤੇ ਅੰਕ ਸਾਡੇ ਕੋਲ 3 ਹੈ, ਦੂਸਰੀ ਸੰਖਿਆ ਦੇ ਵਿੱਚ 100ਵੇਂ ਸਥਾਨ ਤੇ ਸਾਡੇ ਕੋਲ ਅੰਕ ਜਿਹੜਾ 9 ਹੈ। तो दूजी संख्या ਦੇ ਵਿੱਚ 100ਵੇਂ ਸਥਾਨ ਵਾਲਾ ਅੰਕ ਪਹਿਲੀ ਸੰਖਿਆ ਦੇ 100ਵੇਂ ਸਥਾਨ ਵਾਲੇ ਅੰਕ ਤੋਂ ਜ਼ਿਆਦਾ ਹੈ, ਇਸ ਲਈ ਇਹ ਜਿਹੜੀ ਸੰਖਿਆ ਸਾਡੇ ਕੋਲ ਹੈ ਇਹ ਹੀ ਵੱਡੀ ਸੰਖਿਆ ਹੋਵੇਗੀ। ਠੀਕ ਹੈ। तो ਅਸੀਂ ਇੱਥੇ ਲਿਖ ਦਿਆਂਗੇ 1.490 ਵਿੱਚ 100ਵੇਂ ਸਥਾਨ ਵਾਲਾ ਅੰਕ एक 1.431 ਵਿੱਚ 100ਵੇਂ ਸਥਾਨ ਵਾਲੇ ਅੰਕ ਤੋਂ ਵੱਡਾ ਹੈ। सौवें स्थान वाले अंक तो ਵੱਡਾ है। ਇਸ ਲਈ 1.490 ਵੱਡੀ ਸੰਖਿਆ ਹੈ। ਵੱਡੀ ਸੰਖਿਆ ਹੈ। ਠੀਕ ਹੈ ਵਿਦਿਆਰਥੀਓ, ਦੋਨੋਂ ਸੰਖਿਆਵਾਂ ਦੇ ਵਿੱਚੋਂ ਸਾਡੇ ਕੋਲ ਜਿਹੜੀ ਦੂਜੀ ਸੰਖਿਆ ਹੈ ਉਹ ਪਹਿਲੀ ਸੰਖਿਆ ਤੋਂ ਵੱਡੀ ਹੈ। ठीक है विद्यार्थियों, इस तो बाद अगला सवाल देखते हैं। सो अज दा अगला सवाल साडे कोल है 20 रुपए 7 पैसे ਅਤੇ 21 रुपए 75 पैसे ਨੂੰ ਦਸ਼ਮਲਵ ਰੂਪ ਵਿੱਚ ਲਿਖੋ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ 20 रुपए 7 पैसे।
ਕਈ ਵਾਰ ਵਿਦਿਆਰਥੀ ਕੀ ਕਰਦੇ ਨੇ 20 ਰੁਪਏ 7 ਪੈਸੇ ਨੂੰ ਕਾਲੀ ਦੇ ਵਿੱਚ 20.7 ਲਿਖ ਦਿੰਦੇ ਨੇ। ਠੀਕ ਹੈ, ਤੋ ਇਹੋ ਜੀ ਗਲਤੀ ਆਪਾਂ ਨਹੀਂ ਕਰਨੀ, ਇਸ ਢੰਗ ਦੇ ਨਾਲ ਨਹੀਂ ਅਸੀਂ ਕਰਨਾ। ਇਹਨੂੰ ਕਿਵੇਂ ਕਰਨਾ ਹੈ ਅਸੀਂ 1 ਰੁਪਏ ਵਿੱਚ ਸਾਡੇ ਕੋਲ 100 ਪੈਸੇ ਹੁੰਦੇ ਨੇ, ਭਾਵ ਕਿ ਰੁਪਏ ਨੂੰ ਪੈਸੇ ਵਿੱਚ ਬਦਲਣ ਲਈ ਸਾਨੂੰ 100 ਦੇ ਨਾਲ ਗੁਣਾ ਕਰਨਾ ਪੈਂਦਾ ਹੈ। ਪਰ ਅਗਰ ਅਸੀਂ ਇਹ ਗੱਲ ਕਰੀਏ ਕਿ ਇੱਕ ਪੈਸੇ ਵਿੱਚ ਕਿੰਨੇ ਰੁਪਏ ਹੁੰਦੇ ਨੇ 1/100, ਸੋ ਜੇਕਰ ਅਸੀਂ ਪੈਸਿਆਂ ਨੂੰ ਰੁਪਏ ਵਿੱਚ ਬਦਲਣਾ ਹੋਵੇ ਤਾਂ ਸਾਨੂੰ 100 ਦੇ ਨਾਲ ਭਾਗ ਕਰਨਾ ਪੈਂਦਾ ਹੈ। ਠੀਕ ਹੈ, ਤਾਂ ਦਿੱਤੀ ਸੰਖਿਆ ਦੇ ਵਿੱਚ ਸਾਡੇ ਕੋਲ 20 ਰੁਪਏ ਨੇ 7 ਪੈਸੇ ਨੇ। 7 ਪੈਸਿਆਂ ਨੂੰ ਜੇਕਰ ਅਸੀਂ ਰੁਪਿਆਂ ਦੇ ਵਿੱਚ ਬਦਲਣਾ ਹੈ ਤਾਂ 7 ਨੂੰ 100 ਦੇ ਨਾਲ ਭਾਗ ਕਰਨਾ ਪਏਗਾ। ਤਾਂ ਇਹਨੂੰ ਅਸੀਂ ਲਿਖਾਂਗੇ 20 ਰੁਪਏ ਜਮਾ 7/100 ਰੁਪਏ। ਠੀਕ ਹੈ, ਜਿਹੜੇ 7 ਪੈਸੇ ਸੀ ਉਹਨੂੰ ਅਸੀਂ 100 ਦੇ ਨਾਲ ਭਾਗ ਕਰਕੇ ਰੁਪਏ ਦੇ ਵਿੱਚ ਬਦਲ ਲਿਆ। ਤਾਂ ਇਹ ਸਾਡੇ ਕੋਲ ਬਣੇਗਾ 20 ਰੁਪਏ ਜਮਾ 7/100 ਦਾ ਭਾਵ ਹੈ 0.07 ਰੁਪਏ। ਠੀਕ ਹੈ, ਇਹਨੂੰ ਅਸੀਂ 0.7 ਨਹੀਂ ਲਿਖਾਂਗੇ ਕਿਉਂਕਿ ਇੱਕ ਦੇ ਨਾਲ ਸਾਡੇ ਕੋਲ 2 ਸਿਫਰਾਂ ਨੇ, तो साडे कोल दशमलव तो बाद 2 अंक आने जरूरी ने। तो एक 7 है, 7 के अगे सानू एक सिफर भी लगानी पेगी। ठीक है, तो ये जिहड़ा जोड़ है साडे कोल बन जाता है 20.07 रुपए। ठीक है, तो कहने का भाव है 20 रुपए 7 पैसे नूं जेकर असीं रुपया दे विच लिखना होवे, दशमलव दे विच लिखना होवे तां 20.07 रुपए लिख सकते हैं। इस तो बाद दूजी संख्या साडे कोल है 21 रुपए 75 पैसे। ਇਹਦੇ ਵਿੱਚ ਵੀ ਜੇਕਰ ਅਸੀਂ ਪੈਸਿਆਂ ਨੂੰ ਰੁਪਏ ਦੇ ਵਿੱਚ ਬਦਲਾਂਗੇ ਤਾਂ ਸਾਨੂੰ 100 ਦੇ ਨਾਲ ਭਾਗ ਕਰਨਾ ਪਏਗਾ। तो 75 ਨੂੰ 100 ਦੇ ਨਾਲ ਭਾਗ ਕਰਾਂਗੇ ਤਾਂ ਇਹ ਸਾਡੇ ਕੋਲ ਰੁਪਏ ਬਣ ਜਾਣਗੇ। ਠੀਕ ਹੈ, तो ਇਹ 21 ਰੁਪਏ ਜਮਾ 0.75 ਰੁਪਏ ਸਾਡੇ ਕੋਲ ਬਣ ਜਾਏਗਾ। ਸੋ ਇਹਨਾਂ ਦਾ ਜੋੜ ਕਰਨ ਤੇ ਸਾਡੇ ਕੋਲ 21.75 ਰੁਪਏ ਉੱਤਰ ਪ੍ਰਾਪਤ ਹੁੰਦਾ ਹੈ। ਠੀਕ ਹੈ ਵਿਦਿਆਰਥੀਓ, तो 21 रुपए 75 पैसे नूं असीं 21.75 रुपए लिख सकते हैं। ठीक है, तो इस तो बाद अगला सवाल करते हैं असीं। हाँ जी विद्यार्थियों, तो अगला सवाल साडे कोल है दशमलव दा प्रयोग करके मीटर विच दर्शाओ। दित्ती हुई संख्या जिहड़ी सानूं है वो है 9 मीटर ते 7 सेंटीमीटर। तो सेंटीमीटर नूं मीटर दे विच बदलना पएगा सानूं। 9 मीटर तां साडे कोल है ही पहले मीटर दे विच, बट 7 जिहड़ा है सेंटीमीटर दे विच है। तो इनू मीटर दे विच बदलण वास्ते असीं की करांगे। सो विद्यार्थियों, इत्थे भी याद रखण वाली चीज़ है कि साडे कोल 1 मीटर दे विच 100 सेंटीमीटर हुंदे ने। बिल्कुल रुपए ते पैसिਆਂ ਦੇ ਵਾਂਗ 1 रुपए विच 100 पैसे हुंदे ने, तो 1 मीटर दे विच साडे कोल 100 सेंटीमीटर हुंदे ने। तो 1 सेंटीमीटर विच जेकर असीं देखना होवे तां साडे कोल 1/100 मीटर बनदे ने। भाव कि जेकर सेंटीमीटर नूं मीटर विच बदलना है तां असीं पहलां भी सिੱਖ चुके हैं कि सानूं 100 दे नाल भाग करना पएगा। तो इस सवाल दा हल आपां करदे हां। संख्या साडे कोल है 9 मीटर 7 सेंटीमीटर। ठीक है, तो 9 मीटर 7 सेंटीमीटर 7 सेंटीमीटर नूं जेकर असीं मीटरां दे विच बदलना है तो इहनूं 100 दे नाल भाग करना पएगा। तो ये भी साडे कोल मीटर बन जाएगा। तो इहनूं असीं लिख सकते हैं 9 मीटर जमा 0.07 मीटर। ठीक है, तो इन्हां नूं जेकर असीं जोड़दे हां तो ये साडे कोल 9.07 मीटर बन जाता है। ठीक है विद्यार्थियों, तो 9 मीटर 7 सेंटीमीटर नूं असीं लिख सकते हैं 9.07 मीटर। सो इस तो बाद अगला सवाल आपां करते हैं। तो मैनूं उम्मीद है कि सारे सवाल जिहड़े तुसीं मेरे नाल हल भी कर रहे हो। तो अगला सवाल विद्यार्थियों साडे कोल है 2 किलोग्राम 9 ग्राम नूं दशमलव दा प्रयोग करके किलोग्राम विच तुसीं किस तरह लिखोगे। तो साडे कोल जिहड़ी संख्या है इस तरह के सवाल असीं पहलां भी कर चुके हैं। सो बड़ी आसानी दे नाल तुसीं इहनूं हल कर सकदे हो। 2 किलोग्राम 9 ग्राम, ਇਹਦੇ ਲਈ ਅਸੀਂ
सब तो पहला ये देख लेने कि 1 किलोग्राम ਦੇ ਵਿੱਚ ਸਾਡੇ ਕੋਲ ਕਿੰਨੇ ਗ੍ਰਾਮ ਹੁੰਦੇ ਨੇ। ਵਿਦਿਆਰਥੀਓ 1 ਕਿਲੋਗ੍ਰਾਮ ਵਿੱਚ ਸਾਡੇ ਕੋਲ 1000 ਗ੍ਰਾਮ ਹੁੰਦੇ ਨੇ। ਠੀਕ ਹੈ, तो जेकर ਅਸੀਂ ਇਹ ਗੱਲ ਕਰੀਏ ਕਿ 1 ਗ੍ਰਾਮ ਦੇ ਵਿੱਚ ਸਾਡੇ ਕੋਲ ਕਿੰਨੇ ਕਿਲੋਗ੍ਰਾਮ ਹੁੰਦੇ ਨੇ 1/1000। ठीक है, तो कहने का भाव है ग्राम ਨੂੰ ਕਿਲੋਗ੍ਰਾਮ ਵਿੱਚ ਬਦਲਣ ਦੇ ਲਈ ਸਾਨੂੰ 1000 ਦੇ ਨਾਲ ਭਾਗ ਕਰਨਾ ਪਏਗਾ। तो 2 किलोग्राम ਤਾਂ ਸਾਡੇ ਕੋਲ ਪਹਿਲਾਂ ਹੀ ਪੂਰਨ ਭਾਗ ਹੈ ਇਸ ਦਾ, ਬਟ ਗ੍ਰਾਮ ਨੂੰ 9 ਗ੍ਰਾਮ ਨੂੰ ਆਪਾਂ ਕਿਲੋਗ੍ਰਾਮ ਦੇ ਵਿੱਚ ਬਦਲਣ ਦੇ ਲਈ ਇਹਨੂੰ 1000 ਦੇ ਨਾਲ ਭਾਗ ਕਰਾਂਗੇ। तो ਇਹ ਸਾਡੇ ਕੋਲ ਬਣ ਜਾਂਦਾ ਹੈ 2 किलोग्राम जमा, हाँ जी 9/1000 ਇਹਨੂੰ ਅਸੀਂ ਲਿਖ ਸਕਦੇ ਹਾਂ 0.009। ਕਿਉਂਕਿ ਇੱਕ ਦੇ ਨਾਲ 3 ਸਿਫਰਾਂ ਸੀਗੀਆਂ, ਇਸ ਲਈ ਸਾਡੇ ਕੋਲ ਅੰਸ਼ ਦੇ ਵਿੱਚ ਜਿਹੜੀ ਵੀ ਸੰਖਿਆ ਹੈ ਉਹਦੇ ਵਿੱਚ 3 ਅੰਕ ਛੱਡ ਕੇ ਪਿੱਛੇ ਤੋਂ ਅਸੀਂ ਦਸ਼ਮਲਵ ਜਿਹੜਾ ਲਗਾਉਣਾ ਸੀ। तो ਇਹਦੇ ਸਾਡੇ ਕੋਲ ਸੀਗਾ 1 ਅੰਕ, तो 2 ਅਸੀਂ ਸਿਫਰਾਂ ਜਿਹੜੀਆਂ ਆਪਣੇ ਕੋਲ ਲਗਾ ਲਵਾਂਗੇ। ਠੀਕ ਹੈ, ਦਸ਼ਮਲਵ ਦੇ ਅੱਗੇ ਹਮੇਸ਼ਾ ਹੀ ਸਿਫਰ ਜਿਹੜੀ ਉਹ ਲਗਾਣੀ ਜ਼ਰੂਰੀ ਹੁੰਦੀ ਹੈ। तो ये जोड़ ਜਿਹੜਾ ਸਾਡੇ ਕੋਲ ਬਣ ਜਾਂਦਾ ਹੈ ਦੋਨਾਂ ਦਾ 2.009 किलोग्राम। सो इस सवाल का ਜਿਹੜਾ ਉੱਤਰ ਹੈ ਸਾਡੇ ਕੋਲ ਉਹ ਕੀ ਬਣ ਜਾਂਦਾ ਹੈ 9.009। ठीक है विद्यार्थियों, तो इस तो बाद अगला सवाल ਸਾਡੇ ਕੋਲ है कि रवि ने 5 किलोग्राम 400 ग्राम चौल 2 किलोग्राम खंड ਅਤੇ 100 किलोग्राम 850 ग्राम आटा खरीदिया, उस द्वारा की गई कुल खरीदारी का कुल भार पता करो। ठीक है विद्यार्थियों, तो बहुत सौखा है, भी साडे कोल जोड़ का ही सवाल है। दोनों संख्यावां का जोड़ 2 ਜਾਂ 3 संख्यावां जिहड़ियां साडे कोल दशमलव दीयां बननगीਆਂ उन्हां दा असीं जोड़ करांगे तो सानूं उत्तर प्राप्त हो जाएगा। सब तो पहला असीं लिखांगे चौलां दा भार, तो चौलों का भार साडे कोल है 5 किलोग्राम। चार 400 ग्राम ਨੂੰ ਅਸੀਂ ਪਹਿਲਾਂ ਕਿਲੋਗ੍ਰਾਮ ਦੇ ਵਿੱਚ ਬਦਲ ਲਾਂਗੇ। ਕਿਲੋਗ੍ਰਾਮ ਚ ਬਦਲਣ ਵਾਸਤੇ 400 ਨੂੰ 1000 ਦੇ ਨਾਲ ਭਾਗ ਕਰਨਾ ਪਏਗਾ। ਫਿਰ ਸਾਡੇ ਕੋਲ ਕੁੱਲ ਜਿਹੜੀ संख्या है दशमलव दी किलोग्राम ਦੇ ਵਿੱਚ ਸਾਨੂੰ ਮਿਲ ਜਾਏਗੀ। ਕੁੱਲ ਵਜ਼ਨ ਜਿਹੜਾ ਚੌਲਾਂ ਦਾ ਹੋਏਗਾ, तो ये बनेगा ਸਾਡੇ ਕੋਲ 5 ਜਮਾ 0.400 किलोग्राम। ठीक है विद्यार्थियों, तो ये ਸਾਡੇ ਕੋਲ बन जाता है 5.400 किलोग्राम। ठीक है, तो ये साडे कोल चौलां दा भार है। इस तो बाद असीं पता करांगे खंड दा। खंड साडे कोल जिहड़ी 2 किलोग्राम है, तो खंड दा भार बराबर 2 किलोग्राम। दो किलोग्राम नूं दशमलव दे विच जेकर लिखना होवे तां इहनूं असीं 2.000 किलोग्राम भी लिख सकते हैं। इस ढंग के नाल सानू संख्यावां का जोड़ करना सौखा रहेगा। इस तो बाद आटे का भार है 100 किलोग्राम 850 ग्राम। आटे का भार जो कि साडे कोल है 100 किलोग्राम ਅਤੇ 850 ग्राम। तो इनू भी बड़ी आसानी के नाल असीं किलोग्राम दे विच बदल लांगे। ये साडे कोल 100.850 किलोग्राम बन जाएगा। ठीक है विद्यार्थियों, तो हुण साडे कोल जिहड़ियां संख्यावां आटे दा भार 100.850, खंड दा भार 2.000 ते इस तो बाद
ਜਿਹੜਾ ਚੌਲਾਂ ਦਾ ਭਾਰ ਹੈ ਸਾਡੇ ਕੋਲ 5.400, ਇਹਨਾਂ ਨੂੰ ਜਦੋਂ ਅਸੀਂ ਜੋੜਾਂਗੇ ਤਾਂ ਸਾਡੇ ਕੋਲ रवि द्वारा कुल खरीददारी जिहड़ी कीती गई है ਉਹਦਾ कुल भार आ जाएगा। ठीक है, तो ਅਸੀਂ लिख ਦਾਂਗੇ खरीददारी ਦਾ कुल भार, खरीददारी ਦਾ कुल भार हाँ जी विद्यार्थियों, सब तो पहला चौलों का भार 5.400 जमा खंड का भार 2.000 जमा आटे का भार 100.850 किलोग्राम। ठीक है, तो इन्हां दा जोड़ जो असीं करांगे साडे कोल जिहड़ा खरीददारी का कुल भार जो रवि द्वारा की गई है वो सानूं पता चल जाएगा। सो 5.400 हेठां असीं लिखांगे 2.000 उस तो हेठां 100.850। ठीक है विद्यार्थियों, तो पहला भी असीं गल कर चुके हैं जदों भी दशमलव वालियां संख्यावां दा जोड़फल पता करना होवे तां दशमलव दे हेठां ही दशमलव नूं रखिया जांदा है। ठीक है, इस चीज़ का खास ख्याल रखना असीं। तो इहदे विच इत्थे असीं अपने कोलों दो सिफरां जिहड़ियां लगा लांगे 5 और 2 दे मूहरे। हुण इन्हां संख्यावां दा जोड़ बहुत आसानी दे नाल असीं कर सकदे हां। सब तो पहला 1000वें अंकां दा जोड़ है वो साडे कोल 0 बनदा है। 100वें अंकां दा जोड़ साडे कोल 5 बनेगा। 10वें अंकां दा जोड़ साडे कोल 8/12 है, भाव 2 इत्थे आएगा ते 1 जिहड़ा अगे हासिल चलिया जाएगा। सो 5 ते 1 6, 6 ते 2 8, 8 जमा 0 8 रहेगा साडे कोल और ये साडे कोल 0 बन जाएगा। इस तो बाद दहाई के अंकों का जोड़ 0 ते सैकड़े के अंकों का जोड़ साडे कोल 1 बनता है। सो ये जिहड़ा भार है साडे कोल कुल खरीददारी का वो की बन गया 108.250 किलोग्राम। ठीक है विद्यार्थियों, तो इस तरह असीं लिख सकते हैं कि रवि द्वारा की गई कुल खरीददारी रवि द्वारा की गई कुल खरीददारी का भार 108.250 किलोग्राम है। ठीक है, अगला सवाल साडे कोल घटाओ दा है। 5.68 विचों 2.25 नूं घटाओ। तो जिवें असीं दशमलव वालियां संख्यावां दा जोड़ करदे हां उसे ढंग दे नाल दशमलव वालियां संख्यावां दी घटाओ भी कर सकदे हां। सो ये सी 5.68 ਉਹਦੇ ਵਿੱਚੋਂ 2.25 ਨੂੰ ਘਟਾਉਣਾ ਹੈ। ਠੀਕ ਹੈ, तो माइनस करांगे 8 ਦੇ ਵਿੱਚੋਂ 5 ਘਟਾਵਾਂਗੇ ਸਾਡੇ ਕੋਲ 3 ਪ੍ਰਾਪਤ ਹੋਏਗਾ। 6 ਦੇ ਵਿੱਚੋਂ 2 ਘਟਾਵਾਂਗੇ ਸਾਡੇ ਕੋਲ 4 ਪ੍ਰਾਪਤ ਹੋਏਗਾ। ਇਸੇ ਢੰਗ ਦੇ ਨਾਲ 5 ਦੇ ਵਿੱਚੋਂ 2 ਘਟਾਵਾਂਗੇ ਤਾਂ ਸਾਡੇ ਕੋਲ 3 ਪ੍ਰਾਪਤ ਹੁੰਦਾ ਹੈ। ਠੀਕ ਹੈ, तो ਇਸ ਸਵਾਲ ਨੂੰ ਬੜੀ ਆਸਾਨੀ ਦੇ ਨਾਲ ਅਸੀਂ ਕਰ ਸਕਦੇ ਹਾਂ ਤੇ ਇਸ ਦਾ ਉੱਤਰ ਜਿਹੜਾ ਸਾਡੇ ਕੋਲ ਉਹ 3.43 ਬਣ ਜਾਂਦਾ ਹੈ। ठीक है स्टूडेंट्स, मैनूं उम्मीद है तुसीं भी ये कर लिया होएगा। इस तो बाद अगला सवाल साडे कोल है हेठ लिखिया नूं घटाओ। 2.107 किलोग्राम विचों 0.314 किलोग्राम। तो इनू भी असी उसे ढंग दे नाल घटा सकते हाँ। ठीक है, तो एक संख्या साडे कोल है 2.107 किलोग्राम। दूजी संख्या साडे कोल है 0.314 किलोग्राम। तो इन्हां नूं जदों असीं माइनस करांगे घटावांगे तो 7 दे विचों पहला 4 नूं घटावांगे
ਤਾਂ ਇਹ ਸਾਡੇ ਕੋਲ 3 ਆਏਗਾ। 0 ਚੋਂ 1 ਨੂੰ ਨਹੀਂ ਘਟਾਇਆ ਜਾ ਸਕਦਾ, ਇਧਰੋਂ ਅਸੀਂ ਹਾਸਲ ਲਵਾਂਗੇ ਤੇ ਸਾਡੇ ਕੋਲ 0 ਬਚ ਜਾਏਗਾ, ਇਹ ਸਾਡੇ ਕੋਲ 10 ਬਣ ਜਾਏਗਾ। ਠੀਕ ਹੈ, 10 ਚੋਂ 1 ਘਟਾਵਾਂਗੇ ਤਾਂ ਇਹ ਸਾਡੇ ਕੋਲ ਸੰਖਿਆ 9 ਬਣਦਾ ਹੈ। 0 ਚੋਂ ਫਿਰ 3 ਨੂੰ ਨਹੀਂ ਘਟਾਇਆ ਜਾ ਸਕਦਾ, ਇੱਥੋਂ ਅਸੀਂ ਹਾਸਲ ਲਵਾਂਗੇ, ਇਹ ਸਾਡੇ ਕੋਲ 1 ਬਚੇਗਾ, ਇੱਥੇ 10 ਬਣ ਜਾਏਗਾ। 10 ਦੇ ਵਿੱਚੋਂ 3 ਘਟਾਵਾਂਗੇ ਤਾਂ 7 ਜਿਹੜਾ ਪ੍ਰਾਪਤ ਹੁੰਦਾ ਹੈ। ਇਸ ਤੋਂ ਬਾਅਦ ਇਕਾਈ ਦੇ ਅੰਕਾਂ ਦੇ ਵਿੱਚ 1 ਚੋਂ 0 ਅਸੀਂ ਅਗਰ ਘਟਾਵਾਂਗੇ, 1 ਦੇ ਵਿੱਚੋਂ 0 ਘਟਾਉਣ ਤੇ ਸਾਡੇ ਕੋਲ 1 ਹੀ ਪ੍ਰਾਪਤ ਹੁੰਦਾ ਹੈ। ਸੋ ਉੱਤਰ ਜਿਹੜਾ ਸਾਡੇ ਕੋਲ ਇਸ ਸਵਾਲ ਦਾ ਉਹ ਕੀ ਬਣ ਜਾਂਦਾ ਹੈ, 1.793 ਕਿਲੋਗ੍ਰਾਮ, 1.793 ਕਿਲੋਗ੍ਰਾਮ। ਠੀਕ ਹੈ ਵਿਦਿਆਰਥੀਓ, तो बिल्कुल जोड़ के हिसाब के नाल बिल्कुल जोड़ दे वांग ही घटाओ करन लग्गियां भी असीं दशमलव वालियां संख्यावां दे विच दशमलव दे हेठां ही दशमलव नूं असीं रखना हुंदा है। ठीक है, मैनूं पूरी उम्मीद है कि अज दी क्लास दे विच जो असीं डिस्कस कीता है, जो पॉइंट असीं डिस्कस कीते ने, जो सवाल असीं हल कीते ने, हर एक सवाल नूं बहुत चंगे ढंग दे नाल तुसीं समझिया होएगा ते अपनी नोटबुक ते नोट भी कीता होएगा। ठीक है विद्यार्थियों, तो इस तो बाद हुण आपां नैक्सट लैक्चर दे विच नैक्सट टॉपिक दे नाल फिर दोबारा मिलांगे। उदों तक सत श्री अकाल।